ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਇਹ ਉਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਾ ਕੇ ਜਿੱਥੇ ਵੀ ਗਰੀਬ ਗੁਰਬਾ, ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਵੱਲੋਂ ਉਸ ਪਰਿਵਾਰ ਤੱਕ ਪਹੁੰਚ ਕਰਕੇ ਉਹਦਾ ਇਲਾਜ ਕੀਤਾ ਜਾਂਦਾ ਹੈ। ਸੋ ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਪਤਾ ਲੱਗਾ ਸੀ ਕਿ ਪਿੰਡ ਅਕਰਬਪੁਰੇ ਦੇ ਵਿੱਚ ਇੱਕ ਛੋਟਾ ਬੱਚਾ ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ। ਪਰਿਵਾਰ ਨੇ ਆਪਣੀ ਸਮਰੱਥਾ ਅਨੁਸਾਰ ਉਸ ਬੱਚੇ ਦਾ ਇਲਾਜ ਕਰਵਾਇਆ, ਪਰ ਘਰ ਦੇ ਹਾਲਾਤ ਸਹੀ ਨਾ ਹੋਣ ਕਰਕੇ ਉਹ ਪ੍ਰੋਪਰ ਤੌਰ 'ਤੇ ਇਲਾਜ ਨਹੀਂ ਕਰਵਾ ਸਕੇ ਅਤੇ ਆਪ ਸਭ ਸੰਗਤਾਂ ਦੀ ਸਹਿਯੋਗ ਸਦਕਾ ਗੁਰੂ ਨਾਨਕ ਦੇਵ ਚੈਰੀਟੇਬਲ ਹੌਸਪੀਟਲ ਦੇ ਵਿੱਚ ਬੱਚੇ ਨੂੰ ਐਮਰਜੈਂਸੀ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਹੈ ਅਤੇ ਡਾਕਟਰ ਸਾਹਿਬ ਉਹਨਾਂ ਨੇ ਕੁਝ ਟੈਸਟ ਲਿਖੇ ਨੇ ਜਿਹੜੇ ਕਿ ਗਏ ਨੇ ਹੁਣ, ਅਤੇ ਉਹਨਾਂ ਦੀਆਂ ਰਿਪੋਰਟਾਂ ਥੋੜ੍ਹੇ ਕੁ ਸਮੇਂ ਤੱਕ ਆ ਜਾਣੀਆਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਇਸ ਵਕਤ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਨੇ ਅਤੇ ਆਪ ਸਭ ਸੰਗਤਾਂ ਦੇ ਨਾਲ ਪਰਿਵਾਰ ਦੀ ਵੀ ਸਾਂਝ ਕਰਵਾਉਂਦੇ ਹਾਂ, ਕਿਉਂਕਿ ਪਰਿਵਾਰ ਹੀ ਦੱਸ ਸਕਦਾ ਹੈ ਕਿ ਬੱਚਾ ਕਿੰਨੇ ਲੰਮੇ ਸਮੇਂ ਤੋਂ ਬਿਮਾਰ ਹੈ। ਸਾਡੇ ਨਾਲ ਮੌਜੂਦ ਹੈ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹੁੰਦਾ ਭੈਣ ਜੀ ਜ਼ਰੂਰ ਆਪ ਥੋੜ੍ਹਾ ਜਿਹਾ ਦੱਸਿਓ ਕਿ ਬੱਚੇ ਜੁਗਨਪ੍ਰੀਤ ਬੱਚਾ ਕਿੰਨੇ ਸਮੇਂ ਤੋਂ ਬਿਮਾਰ ਹੈ। ਤੁਸੀਂ ਇੱਦਾਂ ਹੀ ਬੋਲੋ, ਕਿੰਨੇ ਸਮੇਂ ਤੋਂ ਬਿਮਾਰ? ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚੇ ਦਾ ਹੜ ਤੋਂ ਇਲਾਜ ਨਹੀਂ ਕਰਵਾਇਆ ਗਿਆ। ਹਾਂਜੀ, ਵਾਹਵਾ ਸਮਾਂ 5 ਸਾਲਾਂ ਤੋਂ ਬਿਮਾਰ ਹੋਇਆ ਹੈ। ਬਹੁਤ ਕੀਤੀ ਪਰ ਫੇਰ ਹੜ ਤੋਂ ਠੀਕ ਨਹੀਂ ਹੋਇਆ। ਹਾਂਜੀ। ਅਤੇ ਇਹਨਾਂ ਦੇ ਪਿਤਾ ਜੀ ਕੀ ਕਰਦੇ ਨੇ, ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ। ਪਿਤਾ ਜੀ ਇਹਨਾਂ ਦਾ ਕਰਦੇ ਇੱਦਾਂ ਹਿੱਸਾ ਹੁੱਸਾ ਕਰਦੇ ਸੀ ਅਤੇ ਉਹਨਾਂ ਦੀ ਡੈਥ ਹੋ ਗਈ ਆ। ਹਾਂਜੀ, ਅਟੈਕ ਹੋ ਗਿਆ ਸੀ ਉਹਨਾਂ ਨੂੰ। ਹਾਂਜੀ। ਕਿੰਨਾ ਸਮਾਂ ਹੋ ਗਿਆ ਉਹਨਾਂ ਦੀ ਡੈਥ ਹੋਏ ਨੂੰ? 2 ਸਾਲ ਹੋ ਚੱਲੇ ਉਹਨਾਂ ਦੀ ਡੈਥ ਹੋਈ ਨੂੰ। ਅੱਛਾ ਜੀ। ਹਾਂਜੀ। ਅਤੇ ਇਹਦੇ ਤੋਂ ਪਹਿਲਾਂ ਤੁਹਾਡੇ ਆਪ ਜੀ ਦੀ ਬੱਚੇ ਦਾ ਇਲਾਜ ਕਿਸੇ ਹੋਰ ਭੈਣ ਭਰਾ ਨੇ ਜਾਂ ਮੈਂਬਰ ਪੰਚਾਇਤ ਨਾਲ ਜਾਂ ਕਿਸੇ ਹੋਰ ਸੰਸਥਾ ਨੇ ਵੀ ਕਰਾਇਆ ਇਲਾਜ ਆਪ ਜੀ ਦਾ? ਹਾਂਜੀ, ਕਰਵਾਇਆ ਸੀ ਉਹਨਾਂ ਨੇ, ਪਰ ਗਿੱਲ ਦੇ ਹਸਪਤਾਲ ਵਾਹਵਾ ਦਾਖਲ ਰਹੇ, ਪਰ ਪੈਸਾ ਬਹੁਤ ਲੱਗਾ ਅਤੇ ਫਿਰ ਅਸੀਂ ਛੁੱਟੀ ਦਵਾ ਘਰ ਆ ਗਏ। ਹਾਂਜੀ। ਅਤੇ ਫਿਰ ਮਤਲਬ ਹੁਣ ਪਿਤਾ ਜੀ ਦੇ ਇਹਨਾਂ ਦੇ ਚੜ੍ਹਾਈ ਕਰ ਗਏ ਨੇ, 2 ਸਾਲ ਹੋ ਗਏ ਨੇ, ਅਤੇ ਫਿਰ ਘਰ ਦਾ ਕਿਵੇਂ ਸਰਦਾ ਅਤੇ ਕਿੰਨੇ ਬੱਚੇ ਨੇ? ਮੈਂ ਕਹਿੰਦਾ ਉਹ ਵੀ ਜ਼ਰੂਰ ਆਪ ਸੰਗਤ ਦੇ ਨਾਲ ਸਾਂਝ ਕੀਤੀ ਜਾਵੇ। ਘਰ ਦਾ ਟਾਈਮ ਪਾਸ ਇੱਦਾਂ ਹੀ ਕੰਮ ਧੰਦਾ ਕਰਕੇ ਬਾਹਰ ਲੀਰਾਂ ਪੋਚੇ ਲਾ ਕੇ ਟਾਈਮ ਪਾਸ ਕਰਦਾ ਹੁੰਦਾ। ਹਾਂਜੀ, ਬੱਚੇ 3 ਆ, 2 ਕਾਕੇ, 1 ਗੁੱਡੀ। ਹਾਂਜੀ। ਉਹ ਵੀ ਪੜ੍ਹਦੇ ਨੇ? ਹਾਂਜੀ, ਪੜ੍ਹਦੇ ਵੀ, ਇਹ ਵੀ ਪੜ੍ਹਦਾ ਸੀ ਵਿਚਾਰਾ, ਇੱਦਾਂ ਹੀ ਬਿਮਾਰ ਹੋ ਜਾਂਦਾ, ਮੁੜ ਕੇ ਜਾਂਦਾ ਨਹੀਂ ਗਾ। ਹਾਂਜੀ। ਬੱਚੇ ਹੁਣ ਮਤਲਬ ਨਾਲ, ਕਿਉਂਕਿ ਪਰਿਵਾਰ ਜਿਹੜਾ ਤੁਹਾਡੇ 3 ਬੱਚੇ ਨੇ, 1 ਬੇਟੀ ਹੈ ਅਤੇ 2 ਬੇਟਾ ਹੈ। ਹੁਣ ਇਲਾਜ 'ਤੇ ਵੀ ਜਿਵੇਂ ਤੁਸੀਂ ਦੱਸਿਆ ਹੈ ਕਿ ਜਿਹੜੀ ਸੁਸਾਇਟੀ ਸੀ ਜਾਂ ਕਿਸੇ ਭੈਣ ਭਰਾ ਨੇ ਮਦਦ ਕੀਤੀ, ਹੌਸਪੀਟਲ 'ਚ ਦਾਖਲ ਕਰਾਇਆ, ਪਰ ਜਦੋਂ ਉਨੀ ਸਮਰੱਥਾ ਨਹੀਂ ਸੀ ਕਿਉਂਕਿ ਇਲਾਜ ਦੇ ਵਿੱਚ ਜਿੰਨੀ ਚਾਹੀਦੀ ਸੀ ਮਾਇਆ, ਇਸ ਕਰਕੇ ਛੁੱਟੀ ਦਵਾ ਕੇ ਆਪ ਜੀ ਘਰ ਆ ਗਏ। ਕਿ ਆਪ ਜੀ ਦਾ ਬੱਚਾ ਵੀ ਨਾਲ ਮਤਲਬ ਫਿਰ ਕੰਮ ਆਪ ਜੀ ਦੇ ਹੱਥ ਵਟਾਉਂਦਾ ਹੈ? ਹਾਂਜੀ, ਹਾਲੇ ਛੋਟਾ ਹਾਲੇ ਹੈਗਾ, ਉਹ ਵੀ 13 ਕੁ ਸਾਲਾਂ ਦਾ ਹੀ ਹੈ ਜੀ। ਹਾਂਜੀ, ਹਜੇ ਨਹੀਂ ਕੋਈ ਕੰਮ ਕਰਦੇ, ਪੜ੍ਹਦੇ ਆ, ਜਾਂਦੇ ਸਕੂਲ ਪ੍ਰਾਈਵੇਟ। ਚਲੋ, ਸੰਗਤ ਨੂੰ ਕੀ ਬੇਨਤੀ ਕਰਨਾ ਚਾਹੁੰਦੇ, ਕਿਉਂਕਿ ਸੰਗਤ ਦੀ ਸਹਿਯੋਗ ਸਦਕਾ ਅੱਜ ਤੁਹਾਡੇ ਬੱਚੇ ਨੂੰ ਗੁਰੂ ਨਾਨਕ ਦੇਵ ਚੈਰੀਟੇਬਲ ਹੌਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਹੈ। ਸੰਗਤ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਮੈਂ ਕਹਿੰਦਾ ਇਹਦਾ ਇਲਾਜ ਹੋ ਜੇ, ਹੋਰ ਤਾਂ ਸਾਨੂੰ ਕੋਈ ਨਹੀਂ ਚਾਹੀਦਾ, ਇਹ ਬਚਣਾ ਚਾਹੀਦਾ। ਹਾਂਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਬੱਚੇ ਦੇ ਮਾਤਾ ਜੀ। ਉਹ ਗੁਰੂ ਪਿਆਰੀ ਸਾਧ ਸੰਗਤ ਜੀ ਪਰਿਵਾਰ ਦੇ ਜਿਹੜੇ ਹਾਲਾਤ ਹੈ ਉਹ ਆਪ ਸਭ ਸੰਗਤਾਂ ਨੂੰ ਦੱਸ ਹੀ ਦਿੱਤੇ ਨੇ ਕਿ 2 ਸਾਲ ਪਹਿਲਾਂ ਇਹਨਾਂ ਦਾ ਪਤੀ ਜਿਹੜੇ ਸੀ ਉਹ ਚੜ੍ਹਾਈ ਕਰਕੇ ਬੱਚੇ ਦੇ ਪਿਤਾ ਜੀ, ਅਤੇ ਉਹ ਵੀ ਪਿੰਡ ਦੇ ਵਿੱਚ ਜ਼ਿਮੀਂਦਾਰਾਂ ਦੇ ਨਾਲ ਹਿੱਸੇ 'ਤੇ ਜਿਵੇਂ ਕਹਿ ਦਿੰਦੇ ਨੇ ਸੀਡੀ ਦਾ ਕੰਮ ਕਰਦੇ ਸੀ, ਅਤੇ ਹਾਰਟ ਅਟੈਕ ਹੋਣ ਦੇ ਕਾਰਨ ਉਹ ਚੜ੍ਹਾਈ ਕਰ ਗਏ। ਪਿੱਛੋਂ ਪਰਿਵਾਰ 2 ਇਹਨਾਂ ਦੇ ਬੇਟੇ ਅਤੇ 1 ਬੇਟੀ ਹੈ। ਸੋ ਪਰਿਵਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਬਹੁਤ ਵੱਡੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਜਾਣੂ ਜੋ
ਅੱਜ ਮਹਿੰਗਾਈ ਦਾ ਕਿੰਨਾ ਵੱਡਾ ਦੌਰ ਹੈ, ਫਿਰ ਸਿਰ 'ਤੇ ਜਦੋਂ ਬਾਪ ਦਾ ਵੀ ਸਾਇਆ ਨਾ ਹੋਵੇ ਤੇ ਬੰਦਾ ਡਰ ਦੀਆਂ ਠੋਕਰਾਂ ਖਾਂਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵਕਤ ਪਰਿਵਾਰ ਨੂੰ ਆਪ ਸਭ ਸੰਗਤਾਂ ਦੇ ਸਹਿਯੋਗ ਦੀ ਬੜੀ ਲੋੜ ਹੈ ਤੇ ਹਮੇਸ਼ਾ ਦੀ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਵੀ ਇਹੀ ਉਦਮ ਉਪਰਾਲਾ ਰਹਿੰਦਾ ਹੈ ਕਿ ਆਪ ਸਭ ਸੰਗਤਾਂ ਦਾ ਜਿਹੜਾ ਦਸਵੰਧ ਹੈ ਉਹ ਕਿਸੇ ਸਹੀ ਜਗ੍ਹਾ ਲਾਇਆ ਜਾਵੇ ਜਿੱਥੇ ਵੀ ਲੋੜਵੰਦ ਪਰਿਵਾਰ ਹੈ। ਸੋ ਹਮੇਸ਼ਾ ਹੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਜਿਹੜੀ ਪੂਰੀ ਟੀਮ ਆ ਉਹ ਪਿੰਡ ਪਿੰਡ ਨਗਰ ਨਗਰ ਸ਼ਹਿਰ ਸ਼ਹਿਰ ਜਾ ਕੇ ਲੋੜਵੰਦ ਪਰਿਵਾਰ ਵੇਂਦੀ ਹੈ ਕਿ ਜਿੱਥੇ ਆਪ ਸਭ ਸੰਗਤਾਂ ਦਾ ਜਿਹੜਾ ਦਸਵੰਧ ਹੈ ਉਹ ਸਹੀ ਤਰੀਕੇ ਦੇ ਨਾਲ ਤੇ ਸਹੀ ਜਗ੍ਹਾ 'ਤੇ ਲੱਗ ਜਾਵੇ। ਸੋ ਇਹੋ ਜਿਹੇ ਪਰਿਵਾਰ ਹਨ ਜਿਹੜੇ ਕਿ ਬਿਲਕੁਲ ਹੀ ਹਾਲਾਤਾਂ ਦੇ ਨਾਲ ਸਮਾਜ ਦੀਆਂ ਜਿਹੜੇ ਹਾਲਾਤ ਅੱਜ ਕੱਲ੍ਹ ਬਣੇ ਪਏ ਨੇ, ਮਹਿੰਗਾਈ ਦਾ ਇੰਨਾ ਦੌਰ ਹੈ, ਫਿਰ ਸਿਰ ਦੇ ਉੱਪਰ ਜਦੋਂ ਪਿਤਾ ਦਾ ਵੀ ਸਾਇਆ ਨਾ ਹੋਵੇ ਤੇ ਮਾਂ ਆਪ ਲੋਕਾਂ ਦੇ ਘਰੇ ਕੰਮ ਕਰਕੇ ਤੇ ਆਪਣੇ ਪਰਿਵਾਰ ਦਾ ਨਿਰਵਾਹ ਕਰੇ। ਆਪ ਸਭ ਸੰਗਤਾਂ ਜਾਣਦੇ ਜੋ ਕਿ ਕਿੰਨਾ ਔਖਾ ਹੋ ਜਾਂਦਾ ਹੈ ਇਹੋ ਜਿਹੇ ਪਰਿਵਾਰ ਨੂੰ ਸੰਭਾਲਣਾ ਤੇ ਅਗਾਂਹ ਲੈ ਕੇ ਜਾਣਾ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਆਪ ਸਭ ਸੰਗਤਾਂ ਦਾ ਸਹਿਯੋਗ ਪਰਿਵਾਰ ਨੂੰ ਮਿਲ ਜਾਵੇ ਤੇ ਇੱਕ ਮਾਂ ਨੂੰ ਉਹਦਾ ਪੁੱਤ ਮਿਲ ਸਕਦਾ ਹੈ ਤੇ ਉਹਦੇ ਘਰ ਦੀ ਜਿਹੜੀ ਗਰੀਬੀ ਹੈ ਦੂਰ ਹੋ ਸਕਦੀ। ਗਰੀਬੀ ਦੂਰ ਕਦੋਂ, ਹਾਲਾਤ ਕਦੋਂ ਚੰਗੇ ਹੋਣਗੇ? ਜਦੋਂ ਇਹ ਤੰਦਰੁਸਤ ਹੋਵੇਗਾ, ਕਿਰਤ ਕਮਾਈ ਕਰੇਗਾ ਹੱਕ ਸੱਚ ਦੀ ਤੇ ਆਪਣੇ ਪਰਿਵਾਰ ਦਾ ਨਿਰਵਾਹ ਕਰੇਗਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹਮੇਸ਼ਾ ਦੀ ਤਰ੍ਹਾਂ ਸੰਗਤ ਏਡ ਮੈਡੀਕਲ ਕੇਅਰ ਫੰਡ ਦਾ ਇਹ ਉਦਮ ਉਪਰਾਲਾ ਰਹਿੰਦਾ ਹੈ ਕਿ ਵੱਧ ਤੋਂ ਵੱਧ ਲੋੜਵੰਦ ਪਰਿਵਾਰ ਆਪ ਸਭ ਸੰਗਤਾਂ ਦੇ ਸਨਮੁਖ ਰੱਖੇ ਜਾਣ ਤਾਂ ਜੋ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਿਧਾਂਤ ਸਾਨੂੰ ਬਖਸ਼ਿਆ ਹੋਇਆ ਹੈ, ਜਿਹੜੀ ਗੱਲ ਸਾਨੂੰ ਸਤਿਗੁਰੂ ਜੀ ਨੇ ਸਿਧਾਂਤ ਬਖਸ਼ਿਆ ਹੈ ਬਾ ਕਮਾਲ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ, ਕਿ ਜੇ ਅਸੀਂ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਕਰਦੇ ਹਾਂ ਤਾਂ ਅਸੀਂ ਗੁਰੂ ਦੀ ਗੋਲਕ ਦੇ ਵਿੱਚ ਪੈਸਾ ਪਾ ਰਹੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵਕਤ ਜਿਹੜੀ ਗੱਲ ਮੈਂ ਆਪ ਸਭ ਸੰਗਤਾਂ ਦੇ ਨਾਲ ਮੇਨ ਜਿਹੜੀ ਕਰ ਰਿਹਾ ਇਹ ਮੋਟੇ ਤੌਰ 'ਤੇ ਕਿ ਪਰਿਵਾਰ ਦੇ ਜਿਹੜੇ ਹਾਲਾਤ ਆ ਉਹ ਬਹੁਤ ਹੀ ਮਾੜੇ ਹਨ, ਮੰਦਭਾਗੇ ਹਨ। ਆਪ ਸਭ ਸੰਗਤਾਂ ਦੇ ਨਾਲ ਬੱਚੇ ਦੇ ਮਾਤਾ ਜੀ ਹੁਣਾਂ ਨੇ ਗੱਲਬਾਤ ਸਾਰੀ ਦੱਸੀ ਕਿ ਪਰਿਵਾਰ ਦਾ ਕੀ ਮਾਹੌਲ ਹੈ, ਸਿਰ 'ਤੇ ਪਤੀ ਦਾ ਸਾਇਆ ਵੀ ਨਹੀਂ ਹੈ, ਫਿਰ ਬੱਚਿਆਂ ਦੀ ਪਰਵਰਿਸ਼, ਪੜ੍ਹਾਈ ਲਿਖਾਈ, ਸੋ ਇੰਨੀਆਂ ਦਿੱਕਤਾਂ ਦੇ ਵਿੱਚ ਆਪਣੇ ਪਰਿਵਾਰ ਦਾ ਨਿਰਵਾਹ ਕਰਨਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੀਆਂ ਪੰਡਾਂ ਨੇ ਬਹੁਤ ਭਾਰੀਆਂ ਹੁੰਦੀਆਂ ਨੇ। ਆਪ ਸਭ ਸੰਗਤਾਂ ਜਿਹੜੀਆਂ ਪਰਿਵਾਰਾਂ ਵਾਲੇ ਆ, ਆਪਾਂ ਦੇਖਦੇ ਹਾਂ ਕਿ ਇੱਕ ਦਿਨ ਘਰ ਵਿੱਚ ਨਾ ਬੰਦਾ ਕੰਮ 'ਤੇ ਜਾਵੇ ਤੇ ਘਰ ਦੇ ਜਿਹੜੇ ਹਾਲਾਤ ਉਹ ਕਿੰਨੇ ਔਖੇ ਹੋ ਜਾਂਦੇ ਆ। ਗੱਡੀ ਜਿਹੜੀ ਆ ਉਹ ਪਟੜੀ ਤੋਂ ਲੱਥ ਜਾਂਦੀ ਆ। ਸੋ 2 ਸਾਲ ਹੋ ਗਏ ਹੁਣ ਪਤੀ ਦਾ ਸਿਰ 'ਤੇ ਸਾਇਆ ਨਾ ਹੋਵੇ, ਬੱਚਿਆਂ ਦੇ ਉੱਪਰ ਸਿਰ ਦੇ ਉੱਪਰ ਵੀ ਬਾਪ ਦਾ ਸਾਇਆ ਨਾ ਹੋਵੇ। ਸੋ ਉਹ ਜਿਹੜੇ ਹਾਲਾਤ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਮੇਰੇ ਹਿਸਾਬ ਨਾਲ ਮੇਰੇ ਤੋਂ ਸ਼ਬਦ ਛੋਟੇ ਹੋਣਗੇ ਪਰ ਜਿਹੜੀ ਉਹ ਭਾਵਨਾ ਹੈ, ਜਿਹੜੇ ਉਹ ਹਾਲਾਤ ਹੈ ਉਹ ਬੜੇ ਵੱਡੇ ਆ। ਸੋ ਇੱਥੇ ਹੀ ਐਮਰਜੈਂਸੀ ਦੇ ਵਿੱਚ ਜਿੱਥੇ ਬੱਚੇ ਨੂੰ ਦਾਖਲ ਕਰਾਇਆ ਗਿਆ ਹੈ, ਬੱਚੇ ਦੇ ਦਾਦੀ ਜੀ ਵੀ ਸਾਡੇ ਕੋਲ ਨੇ ਤੇ ਆਪ ਸਭ ਸੰਗਤਾਂ ਦੇ ਨਾਲ ਇਹਨਾਂ ਦੀ ਵੀ ਸਾਂਝ ਪਾਉਂਦੇ ਹਾਂ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹੁੰਦਾ ਜ਼ਰੂਰ ਆਪ ਵੀ ਸੰਗਤ ਨੂੰ ਕੁਛ ਬੇਨਤੀ ਜ਼ਰੂਰ ਕਰੋ। ਹਾਂਜੀ, ਅਸੀਂ ਬੜੇ ਵਕਤ ਨਾਲ ਪੈਸੇ ਇਕੱਠੇ ਕੀਤੇ, ਇਕੱਠੇ ਪੱਠੇ ਕਰਕੇ ਪੈਸੇ ਅਸੀਂ ਦਾਖਲ ਕਰਾਇਆ, ਫਿਰ ਸਾਡੇ ਕੋਲ ਕੋਈ ਪੈਸਾ ਨਾ ਰਹਿ ਗਿਆ, ਫਿਰ ਅਸੀਂ ਘਰ ਲੈ ਜਾਂਦੇ। ਹੁਣ ਸਾਨੂੰ ਪਤਾ ਲੱਗਾ, ਫਿਰ ਅਸੀਂ ਇੱਥੇ ਚੁੱਕ ਕੇ ਲਿਆਂਦਾ, ਇੱਥੇ ਦਾਖਲ ਕਰਾਇਆ। ਸਿਰ 'ਤੇ ਬਾਪ ਨਹੀਂ ਹੈਗਾ, ਲੋਕਾਂ ਦਾ ਕੰਮ ਧੰਦਾ ਕਰਕੇ ਆਪਦਾ ਝੱਟ ਪੂਰਾ ਕਰਦੇ। ਮੈਂ ਮਾਤਾ ਜੀ ਇਸ ਸੰਗਤ ਦੀ ਜਾਣਕਾਰੀ ਲਈ ਜ਼ਰੂਰ ਆਪ ਜੀ ਨੂੰ ਪੁੱਛਣਾ ਚਾਹੁੰਦਾ, ਕਿਹੜੇ ਹਸਪੀਟਲ ਖੜੇ ਤੇ ਡਾਕਟਰ ਸਾਹਿਬ ਕੀ ਕਹਿੰਦੇ ਸੀ ਬੱਚੇ? ਡਾਕਟਰ ਸਾਹਿਬ ਨੇ, ਅਸੀਂ ਇੱਥੇ ਪੱਟੀ ਗਿੱਲ ਦੇ ਖੜਿਆ ਸੀ, ਉਹਨੇ ਸਾਨੂੰ ਜਵਾਬ ਦੇ ਦਿੱਤਾ। ਫਿਰ ਸਾਡੇ ਕੋਲ ਪੈਸੇ ਖਤਮ ਹੋ ਗਏ, ਉਹਨੇ ਜਵਾਬ ਦਿੱਤਾ, ਅਸੀਂ ਫਿਰ ਘਰ ਲੈ ਆਏ। ਬਸ ਮੁੜ ਕੇ ਇਹਦੀ ਦਵਾਈ ਚੱਲਦੀ ਰਹੀ ਆ, ਹੋਮੋਪੈਕਸ ਦੀ ਅਸੀਂ ਦਵਾਈ ਲੈਂਦੇ, ਫਿਰ ਅਸੀਂ ਕਿਤੇ ਇਲਾਜ ਨਹੀਂ ਇਹਦਾ ਵਿਚਾਰੇ ਦਾ ਕਰਾਇਆ। ਹੁਣ ਇਹ ਜ਼ਿਆਦਾ ਹੋ ਗਿਆ, ਫਿਰ ਅਸੀਂ ਚੁੱਕ ਕੇ ਫਿਰ ਇੱਥੇ ਲੈ ਆਉਂਦਾ। ਹੁਣ ਸਾਨੂੰ ਇਹੋ ਕੁਛ ਨਹੀਂ ਚਾਹੀਦਾ, ਬਸ ਇਹਦਾ ਇਲਾਜ ਚਾਹੀਦਾ, ਇਹ ਬਚਣਾ ਚਾਹੀਦਾ। ਹਾਂ, ਡਾਕਟਰ ਨੇ ਸਾਨੂੰ ਕੁਛ ਨਹੀਂ ਦੱਸਿਆ, ਉਹਨੇ ਸਾਨੂੰ ਆਖਿਆ ਘਰ ਲੈ ਜਾਓ। 2 ਬੋਤਲਾਂ ਅਸੀਂ ਇਹਨੂੰ ਖੂਨ ਦੀਆਂ ਲਵਾਈਆਂ, ਲਵਾ ਕੇ ਤੇ ਫਿਰ ਅਸੀਂ ਘਰ ਲੈ ਆਉਂਦਾ। ਹੁਣ ਫਿਰ ਸਾਨੂੰ ਇਹ ਜ਼ਿਆਦਾ ਜਾਪਿਆ, ਫਿਰ ਅਸੀਂ ਚੁੱਕ ਕੇ ਇੱਥੇ ਲੈ ਆਏ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਬੱਚੇ ਮਹਿਕਪ੍ਰੀਤ ਦੇ ਦਾਦੀ ਜੀ। ਸਿਆਣੇ ਕਹਿੰਦੇ ਹੁੰਦੇ ਨੇ ਕਿ ਮੂਲ ਨੂੰ ਵਿਆਜ ਜਿਹੜਾ ਉਹ ਜ਼ਿਆਦਾ ਪਿਆਰਾ ਹੁੰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਪੁੱਤ ਨੂੰ ਤੇ ਗਵਾ ਚੁੱਕੇ ਨੇ ਮਾਤਾ ਜੀ, ਤੇ ਹੁਣ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਉਹ ਇਹੀ ਬੇਨਤੀ ਕਰਦੇ ਨੇ ਕਿ ਮੇਰਾ ਪੋਤਰਾ ਬਚ ਜਾਵੇ, ਕਿਉਂਕਿ ਮਾਂ ਨੂੰ ਇਹ ਹੁੰਦਾ ਹੈ ਕਿ ਬੱਚੇ ਤੇ ਪਿਆਰੇ ਹੁੰਦੇ ਪਰ ਉਹਨਾਂ ਨੂੰ ਬੱਚਿਆਂ ਤੋਂ ਵੀ ਜ਼ਿਆਦਾ ਪੋਤਰੇ ਪਿਆਰੇ ਲੱਗਦੇ ਨੇ।
ਜੇ ਮੋਟੀ ਜੀ ਮੈਂ ਗੱਲ ਕਰਾਂ ਤੇ ਇਸ ਵਕਤ ਉਹਨਾਂ ਨੂੰ ਆਪਣੇ ਪੁੱਤ ਜਿਹੜਾ ਵਾ ਉਹ ਆਪਣੇ ਪੋਤਰੇ ਵਿੱਚ ਨਜ਼ਰ ਆ ਰਿਹਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਆਪ ਸਭ ਸੰਗਤਾਂ ਦਾ ਸਾਥ ਮਿਲ ਜਾਵੇ ਤੇ ਇੱਕ ਦਾਦੀ ਨੂੰ ਉਹਦਾ ਫਿਰ ਪੁੱਤ ਮਿਲ ਸਕਦਾ ਹੈ, ਉਹਦਾ ਪੋਤਰਾ ਮਿਲ ਸਕਦਾ ਹੈ, ਤੇ ਇੱਕ ਮਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੁਢਾਪੇ ਦੇ ਵਿੱਚ ਉਹਨਾਂ ਦਾ ਸਹਾਰਾ ਬਣ ਸਕਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹਾਲਾਤ ਜਿਹੜੇ ਨੇ ਘਰ ਦੇ ਆਪ ਸਭ ਸੰਗਤਾਂ ਦੇ ਨਾਲ ਬੱਚੇ ਮਹਿਕਪ੍ਰੀਤ ਦੇ ਮਾਤਾ ਜੀ ਤੇ ਉਹਨਾਂ ਦੇ ਦਾਦੀ ਜੀ ਨੇ ਵੀ ਪੂਰੇ ਕਰ ਦਿੱਤੇ ਨੇ, ਤੇ ਇਹ ਆਪ ਹੀ ਵਿਚਾਰੀਆਂ ਮਾਤਾ ਜੀ ਹੁਣੀ ਤੇ ਭੈਣ ਜੀ ਹੁਣੀ ਘਰਾਂ ਦਾ ਕੰਮ ਕਰਕੇ ਤੇ ਪਰਿਵਾਰ ਦਾ ਜਿਹੜਾ ਵਾ ਨਿਰਵਾਹ ਕਰਦੇ ਨੇ, ਕਿਉਂਕਿ ਸਿਰ ਦੇ ਉੱਪਰ ਜਿਹੜਾ ਵਾ ਕੋਈ ਆਦਮੀ ਨਹੀਂ ਹੈਗਾ, ਨਾ ਤੇ ਮਾਤਾ ਜੀ ਹੁਣਾਂ ਦਾ ਕੀ ਨਾਲ ਇਹਦਾ ਪਤੀ ਹੈਗਾ ਤੇ ਨਾ ਹੀ ਉਹਨਾਂ ਦੀ ਨੌਂ ਦਾ ਹੈਗਾ। ਸੋ ਇਸ ਵਕਤ ਗੁਰੂ ਪਿਆਰੀ ਸਾਧ ਸੰਗਤ ਜੀ, ਬੀਬੀਆਂ ਵਿਚਾਰੀਆਂ ਕਿੰਨੀ ਕੁ ਭੱਜ ਦੌੜ ਕਰਦੀਆਂ, ਫਿਰ ਵੀ ਉਹ ਜਿੱਥੇ ਕੰਮ ਕਰਦੀਆਂ ਨੇ ਪੈਸਾ ਧੇਲਾ ਫੜ ਕੇ ਜਾਂ ਰਿਸ਼ਤੇਦਾਰਾਂ ਤੋਂ ਕੁਝ ਥੋੜ੍ਹਾ ਬਹੁਤਾ ਲੈ ਕੇ, ਕੁਝ ਭੈਣ ਭਰਾਵਾਂ ਨੇ ਮਦਦ ਕੀਤੀ, ਉਹਨਾਂ ਨੇ ਇਲਾਜ ਕਰਵਾਇਆ। ਕਿਉਂਕਿ ਬੰਦਾ ਭਾਵੇਂ ਜਿੰਨਾ ਮਰਜ਼ੀ ਗਰੀਬ ਹੋਵੇ, ਫਿਰ ਵੀ ਉਹ ਆਪਣੇ ਬੱਚਿਆਂ ਦੇ ਲਈ ਆਪਣੀ ਸਮਰੱਥਾ ਤੋਂ ਵੱਧ ਕਰਦਾ ਏ। ਕੋਈ ਭਾਵੇਂ 2 ਵਕਤ ਦੀ ਰੋਟੀ ਖਾਂਦਾ ਹੋਵੇ, ਉਹ ਅੱਧੀ ਚੋਂ ਵੀ ਅੱਧੀ ਰੋਟੀ ਆਪਣੇ ਬੱਚਿਆਂ ਲਈ ਬਚਾ ਕੇ ਰੱਖਦੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਰਿਸ਼ਤੇ ਐਵੇਂ ਦੇ ਹੁੰਦੇ ਨੇ ਮਾਂ ਤੇ ਦਾਦੀ ਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਪਰਿਵਾਰ ਸੱਚੀ ਬਹੁਤ ਲੋੜਵੰਦ ਹੈ ਤੇ ਆਪ ਸਭ ਸੰਗਤਾਂ ਦਾ ਸਹਿਯੋਗ ਚਾਹੀਦਾ ਹੈ, ਤਾਂ ਜੋ ਅਸੀਂ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਸਿਧਾਂਤ ਹੈ ਉਹਨੂੰ ਹੋਰ ਵੱਡੇ ਪੱਧਰ 'ਤੇ ਜਾ ਕੇ ਰੱਖ ਸਕੀਏ। ਇਹ ਬੱਚਾ ਇਹਨਾਂ ਦਾ ਨਹੀਂ, ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਤੁਹਾਡਾ ਹੈ। ਅਸੀਂ ਮਹਾਰਾਜ ਦੀ ਬਾਣੀ ਦਾ ਬਚਨ ਪੜ੍ਹਦੇ ਹਾਂ, ਏਕ ਪਿਤਾ ਏਕਸ ਕੇ ਹਮ ਮੁਬਾਰਕ ਤੂੰ ਮੇਰਾ ਗੁਰਹਾਈ। ਅਸੀਂ ਇੱਕੋ ਹੀ ਪਿਓ ਦੇ ਬੱਚੇ ਹਾਂ, ਅਕਾਲ ਪੁਰਖ ਦੇ, ਅਸੀਂ ਸਾਰੇ ਹੀ ਜੀਵ ਉਹਦੇ ਬੱਚੇ ਹਾਂ ਤੇ ਉਹ ਸਾਡਾ ਬਾਪ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਕਰਕੇ ਇਸ ਬੱਚੇ ਨੂੰ ਜ਼ਰੂਰ ਤੁਹਾਡੇ ਸਾਥ ਦੀ ਲੋੜ ਹੈ ਤੇ ਆਸ ਕਰਦੇ ਹਾਂ ਕਿ ਹਮੇਸ਼ਾ ਦੀ ਤਰ੍ਹਾਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਜਿੰਨੇ ਵੀ ਲੋੜਵੰਦ ਪਰਿਵਾਰ ਆਪ ਸਭ ਸੰਗਤਾਂ ਦੀ ਝੋਲੀ ਵਿੱਚ ਪਾਏ ਨੇ, ਆਪ ਨੇ ਹਮੇਸ਼ਾ ਹੀ ਉਹਨਾਂ ਦਾ ਸਾਥ ਦਿੱਤਾ ਵਿਗੜੇ ਹਾਲਾਤਾਂ ਦੇ ਵਿੱਚ ਤੇ ਉਸ ਪਰਿਵਾਰ ਨੂੰ ਉਠਾਇਆ ਹੈ। ਮਹਾਰਾਜ ਦੀ ਬਾਣੀ ਦਾ ਅਸੀਂ ਇਹ ਪਵਿੱਤਰ ਬਚਨ ਪੜ੍ਹਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋ ਸ਼ਰਨ ਆਵੈ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਕਿ ਗੁਰੂ ਘਰ ਦੀ ਇਹ ਵਡਿਆਈ ਰਹੀ, ਇਹ ਵਿਡੰਬਣਾ ਰਹੀ ਹੈ ਕਿ ਇਹ ਬਿਨਾਂ ਨਸਲ ਜਾਤ ਰੰਗ ਰੂਪ ਤੋਂ ਦੇਖ ਕੇ ਜੋ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਸ਼ਰਨ ਆਸਰਾ ਤੱਕਦਾ ਹੈ, ਗੁਰੂ ਸਾਹਿਬ ਆਪ ਸਹਾਈ ਹੋ ਕੇ ਉਹਨੂੰ ਉਹਨਾਂ ਵਿਖੜੇ ਹਾਲਾਤਾਂ ਦੇ ਵਿੱਚੋਂ ਕੱਢਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਥੋੜ੍ਹੇ ਕੁ ਸਮੇਂ ਤੱਕ ਰਿਪੋਰਟਾਂ ਆਉਣ ਵਾਲੀਆਂ ਨੇ, ਫਿਰ ਡਾਕਟਰ ਸਾਹਿਬ ਉਹਨਾਂ ਦੇ ਨਾਲ ਗੱਲ ਕਰਕੇ ਜੋ ਵੀ ਡਾਕਟਰ ਸਾਹਿਬ ਅਗਲੀ ਗਾਈਡਲਾਈਨ ਦੇਣਗੇ ਉਹ ਆਪ ਸਭ ਸੰਗਤਾਂ ਦੇ ਨਾਲ ਅਸੀਂ ਸਾਂਝੀ ਕਰਾਂਗੇ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਰ, ਐਮਰਜੈਂਸੀ ਦੇ ਵਿੱਚ ਬੱਚੇ ਮਹਿਕਪ੍ਰੀਤ ਨੂੰ ਕੁਝ ਕੁ ਘੰਟੇ ਪਹਿਲਾਂ ਐਡਮਿਟ ਕਰਵਾਇਆ ਗਿਆ। ਮੈਂ ਚਾਹੁੰਦਾ ਜ਼ਰੂਰ ਆਪ ਸੰਗਤ ਨੂੰ ਜਾਣਕਾਰੀ ਲਈ ਦੱਸੋ ਕਿ ਬੱਚੇ ਨੂੰ ਕੀ ਪ੍ਰੋਬਲਮ ਹੈ ਤੇ ਅੱਗੇ ਕੀ ਟ੍ਰੀਟਮੈਂਟ ਇਹਦਾ ਚੱਲਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਮਰੀਜ਼ ਹੈਗਾ ਆ ਮਹਿਕਦੀਪ ਸਿੰਘ, 11 ਸਾਲ ਦਾ ਬੱਚਾ ਹੈਗਾ। ਇਹਦੇ ਇਸ ਟਾਈਮ ਗੁਰਦਿਆਂ ਦੇ ਨੁਕਸ ਹੈਗਾ, ਕਾਫੀ ਜ਼ਿਆਦਾ ਨੁਕਸ ਹੈਗਾ। ਕ੍ਰੈਟਿਨਿਨ ਦੀ ਵੈਲਿਊ 200 ਤੋਂ ਜ਼ਿਆਦਾ ਆ ਰਹੀ ਹੈਗੀ ਆ। ਉਹਦੇ ਕਰਕੇ ਸਾਨੂੰ ਇਹ ਜੋ ਫਿਲਹਾਲ ਮੁੱਢਲੀਆਂ ਟੈਸਟਾਂ ਤੋਂ ਇਹ ਪਤਾ ਲੱਗ ਰਿਹਾ ਕਿ ਗੁਰਦਿਆਂ ਦਾ ਨੁਕਸ ਕਾਫੀ ਜ਼ਿਆਦਾ ਹੈਗਾ। ਬੱਚੇ ਨੂੰ ਪ੍ਰੋਬਲਮ ਪਿਛਲੇ 10 ਸਾਲਾਂ ਤੋਂ ਚੱਲ ਰਹੀ ਹੈ। ਇਲਾਜ ਨਾ ਹੋਣ ਕਰਕੇ ਹਾਲਤ ਕਾਫੀ ਗੰਭੀਰ ਹੈਗੀ ਮਰੀਜ਼ ਦੀ। ਇਨਫੈਕਸ਼ਨ ਜੋ ਮੁੱਢਲੀਆਂ ਰਿਪੋਰਟਾਂ 'ਚ ਹੈਗੀ ਕਾਫੀ ਜ਼ਿਆਦਾ ਆਈ ਹੋਈ ਹੈ। ਬਾਕੀ ਆਪਾਂ ਸਾਰਾ ਕੁਝ ਦੇਖ ਰਹੇ ਹਾਂ ਮਰੀਜ਼ ਦਾ, ਇਸ ਤੋਂ ਅੱਗੇ ਆਪਾਂ ਕੀ ਕਰ ਸਕਦੇ ਹਾਂ ਉਹ ਆਪਾਂ ਦੇਖਦੇ ਹਾਂ ਥੋੜ੍ਹੇ ਟਾਈਮ ਤੱਕ। ਬਾਕੀ ਟੈਸਟਾਂ ਦੀ ਰਿਪੋਰਟ ਤੋਂ ਬਾਅਦ ਆਪਾਂ ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਾਂਗੇ ਵੀ ਹੋਰ ਕੀ ਨੁਕਸ ਆਲਰੇਡੀ ਪੈ ਚੁੱਕੇ ਹੈਗੇ ਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸੇ ਡਾਕਟਰ ਨਵਦੀਪ ਰਿਪੋਰਟਾਂ ਦੇ ਹਿਸਾਬ ਨਾਲ ਜਿੰਨਾ ਕੁ ਨੁਕਸ ਆਇਆ ਜਾਂ ਜੋ ਇਹਨਾਂ ਨੂੰ ਨਜ਼ਰ ਆਇਆ ਉਹ ਆਪ ਸਭ ਸੰਗਤਾਂ ਦੇ ਨਾਲ ਇਹਨਾਂ ਨੇ ਸਾਂਝ ਕੀਤੀ। ਬਾਕੀ ਡਾਕਟਰ ਸਾਹਿਬ ਹੁਣੇ ਕਹਿੰਦੇ ਨੇ ਕਿ ਸਮੇਂ ਸਿਰ ਹੋਰ ਵੀ ਜੋ ਰਿਪੋਰਟਾਂ ਦਾ ਨਤੀਜਾ ਆਵੇਗਾ ਅਤੇ ਫਿਰ ਪ੍ਰੋਪਰ ਤੌਰ 'ਤੇ ਆਪ ਸਭ ਸੰਗਤ ਨੂੰ ਸੂਚਿਤ ਕੀਤਾ ਜਾਵੇ ਕਿ ਅਸਲ ਦੇ ਵਿੱਚ ਬੱਚੇ ਨੂੰ ਪ੍ਰੋਬਲਮ ਕੀ, ਕਿਉਂਕਿ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਪਿਛਲੇ 10 ਸਾਲਾਂ ਤੋਂ ਬੱਚਾ ਜਿਹੜਾ ਸੀ ਉਹ ਬਿਮਾਰ ਸੀ, ਪਰ ਘਰ ਦੇ ਹਾਲਾਤ ਜ਼ਿਆਦਾ ਹੀ ਮਾੜੇ ਹੋਣ ਕਰਕੇ, ਪੈਸਾ ਨਾ ਹੋਣ ਕਰਕੇ ਬੱਚੇ ਦਾ ਇਲਾਜ ਨਹੀਂ ਕਰਵਾ ਸਕੇ, ਜਿਹਦੇ ਕਰਕੇ ਇਨਫੈਕਸ਼ਨ ਅਤੇ ਜਿਹੜੇ ਗੁਰਦੇ ਨੇ ਉਹ ਵੀ ਕਾਫੀ ਹੱਦ ਤੱਕ ਜਿਹੜੇ ਆ ਕਿ ਉਹ ਵੀਕ ਨੇ, ਖਰਾਬ ਨੇ। ਸੋ ਉਹ ਸਾਰਾ ਹੀ ਟ੍ਰੀਟਮੈਂਟ ਡਾਕਟਰ ਸਾਹਿਬ ਹੁਣੀ ਅੱਗੇ ਜੋ ਰਿਪੋਰਟਾਂ ਆਉਣਗੀਆਂ ਅਤੇ ਉਹਦੇ ਹਿਸਾਬ ਨਾਲ ਬੱਚੇ ਦਾ ਇਲਾਜ ਕਰਨਗੇ। ਸੋ ਸਮੇਂ ਸਿਰ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਨਾਲ ਜਿਹੜੀ ਆ ਉਹ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਪਿੰਡ ਅਕਰਪੁਰਾ,
ਦੇ ਰਹਿਣ ਵਾਲੇ ਬੱਚੇ ਮਹਿਕਪ੍ਰੀਤ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ, ਗੰਭੀਰ ਬਿਮਾਰੀ ਦੇ ਨਾਲ ਜੂਝ ਰਿਹਾ ਸੀ ਅਤੇ ਪਰਿਵਾਰ ਦੀ ਜਿੰਨੀ ਕੁ ਸਮਰੱਥਾ ਸੀ, ਪਿਛਲੇ ਕਾਫੀ 5-4 ਸਾਲ ਤੋਂ ਉਹ ਬੱਚੇ ਦਾ ਟਰੀਟਮੈਂਟ ਕਰ ਰਹੇ ਨੇ। ਪਰ ਕੁਦਰਤੀ ਵਿਪਤਾ ਇਹੋ ਜਿਹੀ ਪੈ ਗਈ ਕਿ ਬੱਚੇ ਮਹਿਕਪ੍ਰੀਤ ਦੇ ਜਿਹੜੇ ਪਿਤਾ ਜੀ ਸਨ ਉਹ ਚੜ੍ਹਾਈ ਕਰ ਗਏ ਅਤੇ ਉਹਨਾਂ ਦੇ ਮਾਤਾ ਜੀ ਦੇ ਹੀ ਮੋਢਿਆਂ ਦੇ ਉੱਪਰ ਪਰਿਵਾਰ ਦਾ ਸਾਰਾ ਭਾਰ ਆ ਗਿਆ। 3 ਭੈਣ ਭਰਾ ਨੇ ਬੱਚਾ ਮਹਿਕਪ੍ਰੀਤ ਸਿੰਘ ਹੁਣੀ, 2 ਭਰਾ ਅਤੇ 1 ਬੇਟੀ ਹੈ। ਪਿਤਾ ਜੀ 2 ਸਾਲ ਪਹਿਲਾਂ ਜਿਹੜੇ ਮਜ਼ਦੂਰੀ ਕਰਦੇ ਸੀ, ਪਿੰਡ ਦੇ ਵਿੱਚ ਜ਼ਿਮੀਂਦਾਰਾਂ ਦੇ ਨਾਲ ਕੰਮ ਕਰਦੇ ਸੀ ਅਤੇ ਅਚਾਨਕ ਹਾਰਟ ਅਟੈਕ ਆਉਣ ਦੇ ਨਾਲ ਉਹ ਚੜ੍ਹਾਈ ਕਰ ਗਏ ਅਤੇ ਪਰਿਵਾਰ ਦੀ ਸਾਰੀ ਹੀ ਜ਼ਿੰਮੇਵਾਰੀ ਮਹਿਕਪ੍ਰੀਤ ਜੀ ਦੇ ਮਾਤਾ ਜੀ ਦੇ ਹੁਣਾਂ ਦੇ ਮੋਢਿਆਂ 'ਤੇ ਆ ਗਈ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਿਰ ਬੱਚੇ ਮਹਿਕਪ੍ਰੀਤ ਦੇ ਮਾਤਾ ਜੀ ਹੁਣੀ, ਜਿੱਥੇ ਪਰਿਵਾਰ ਦੀ ਉਹਨਾਂ 'ਤੇ ਜ਼ਿੰਮੇਵਾਰੀ, ਕਿਉਂਕਿ ਉਹਨਾਂ ਦੇ ਦਾਦਾ ਜੀ ਵੀ ਨਹੀਂ ਹੈਗੇ। ਕਈ ਵਾਰੀ ਇੱਦਾਂ ਹੁੰਦਾ ਹੈ ਕਿ ਪਰਿਵਾਰ ਦੇ ਵਿੱਚ ਚਲੋ ਪਤੀ ਨਾ ਹੋਵੇ ਅਤੇ ਸਿਰ 'ਤੇ ਸਹੁਰਾ ਹੋਵੇ, ਉਹ ਵੀ ਪਿਓ ਹੀ ਹੁੰਦੇ। ਸਾਡੇ ਸਮਾਜ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਸਹੁਰਿਆਂ ਨੂੰ ਵੀ ਪਿਓ ਦਾ ਦਰਜਾ ਹੀ ਦਿੱਤਾ ਜਾਂਦਾ ਹੈ, ਪਰ ਸਿਰ ਦੇ ਉੱਪਰ ਸਹੁਰਾ ਸਾਹਿਬ ਵੀ ਨਹੀਂ ਹਨ, ਜਿਹਦੇ ਕਰਕੇ ਉਹਨਾਂ ਦੇ ਦਾਦੀ ਜੀ, ਬੱਚੇ ਮਹਿਕਪ੍ਰੀਤ ਦੇ ਅਤੇ ਮਾਤਾ ਜੀ ਹੁਣੀ ਦੋਵੇਂ ਹੀ ਪਰਿਵਾਰ ਨੂੰ ਅਗਾਂਹ ਲੈ ਕੇ ਜਾ ਰਹੇ ਨੇ। ਅਤੇ ਪਰਿਵਾਰ ਨੇ ਆਪਣੇ ਹਾਲਾਤ ਦੱਸੇ ਕਿ ਕਿੰਨੇ ਗੰਭੀਰ ਵਿਖੜੇ ਹਾਲਾਤਾਂ ਦੇ ਵਿੱਚੋਂ ਪਰਿਵਾਰ ਗੁਜ਼ਰ ਰਿਹਾ ਹੈ ਅਤੇ ਐਮਰਜੈਂਸੀ ਤੋਂ ਬਾਅਦ ਉਹਨਾਂ ਨੂੰ ਮੈਡੀਕਲ ICU ਦੇ ਵਿੱਚ ਡਾਕਟਰ ਨਵਦੀਪ ਹੁਣਾਂ ਵੱਲੋਂ ਜਿਹੜਾ ਵਾ ਉਹ ਐਡਮਿਟ ਕਰਵਾ ਦਿੱਤਾ ਗਿਆ ਸੀ। ਸੋ ਪਿਛਲੇ 2 ਦਿਨਾਂ ਤੋਂ ਬੱਚਾ ਮਹਿਕਪ੍ਰੀਤ ਜਿਹੜਾ ਉਹ ਮੈਡੀਕਲ ICU ਦੇ ਵਿੱਚ, ਕਿਉਂਕਿ ਇਨਫੈਕਸ਼ਨ ਬਹੁਤ ਜ਼ਿਆਦਾ ਸੀ। ਡਾਕਟਰ ਸਾਹਿਬ ਹੁਣੀ ਉਹਨਾਂ ਦੇ ਰੂਟੀਨ ਜਿਹੜੇ ਨੇ ਉਹ ਟੈਸਟ ਕਰਵਾ ਰਹੇ ਨੇ ਕਿ ਕਿੰਨੀ ਇਨਫੈਕਸ਼ਨ ਘਟ ਰਹੀ ਹੈ। ਇਸ ਕਰਕੇ ਸੋ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਡਾਕਟਰ ਸਾਹਿਬ ਹੁਣਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਇਨਫੈਕਸ਼ਨ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਸੋ ਜਿਸ ਕਰਕੇ ਬੱਚੇ ਦਾ ਜੇ ਇਲਾਜ ਜਲਦੀ ਨਾ ਹੁੰਦਾ ਤਾਂ ਹੋ ਸਕਦਾ ਇਹਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਅਤੇ ਗੁਰਦੇ ਜਿਹੜੇ ਉਹ ਦੋਵੇਂ ਹੀ ਡੈਮੇਜ ਹੋ ਸਕਦੇ ਨੇ, ਫੇਲ। ਸੋ ਇਸ ਕਰਕੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਹਮੇਸ਼ਾ ਦੀ ਤਰ੍ਹਾਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇਹੀ ਉੱਦਮ ਉਪਰਾਲਾ ਰਹਿੰਦਾ ਹੈ ਕਿ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਇਹੋ ਜਿਹੇ ਲੋੜਵੰਦ ਪਰਿਵਾਰ ਜਿਹੜੇ ਕਿ ਵਿਖੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਹਨ, ਜਿਨ੍ਹਾਂ ਦੀ ਮਾਲੀ ਹਾਲਤ ਬਹੁਤ ਹੀ ਮਾੜੀ ਹੁੰਦੀ ਹੈ, ਜਿਨ੍ਹਾਂ ਤੋਂ 2 ਵਕਤ ਦੀ ਸਿਰਫ ਆਪਣੀ ਰੋਟੀ ਹੀ ਖਾ ਸਕਦੇ ਨੇ, ਫਿਰ ਮੈਡੀਕਲ ਖਰਚੇ ਇੰਨੇ ਵੱਡੇ ਨੇ। ਸੋ ਇਸ ਕਰਕੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਪਿੰਡ ਪੰਡ, ਨਗਰ ਸ਼ਹਿਰ ਜਾ ਕੇ ਜਿੱਥੇ ਵੀ ਕੋਈ ਲੋੜਵੰਦ ਗਰੀਬ ਗੁਰਬਾ ਪਰਿਵਾਰ ਜਿਹੜਾ ਹੁੰਦਾ ਹੈ ਉਹ ਆਪ ਸਭ ਸੰਗਤਾਂ ਦੀ ਝੋਲੀ ਵਿੱਚ ਪਾਉਂਦਾ ਹੈ। ਸੋ ਬੱਚਾ ਮਹਿਕਪ੍ਰੀਤ ਵੀ ਤੁਹਾਡਾ ਹੀ ਬੱਚਾ ਹੈ। ਮਹਾਰਾਜ ਦੀ ਬਾਣੀ ਦਾ ਅਸੀਂ ਇਹ ਬਚਨ ਪੜ੍ਹਦੇ ਹਾਂ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕਿ ਅਸੀਂ ਸਾਰੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਜੋਤ ਤੋਂ ਪੈਦਾ ਹੋਏ ਹਾਂ। ਸੋ ਇਸ ਕਰਕੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਬੱਚਾ ਮਹਿਕਪ੍ਰੀਤ ਵੀ ਤੁਹਾਡਾ ਹੀ ਬੱਚਾ ਹੈ ਅਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਿ ਲੰਮਾ ਸਮਾਂ ਬੱਚੇ ਮਹਿਕਪ੍ਰੀਤ ਦਾ ਜਿਹੜਾ ਵਾ ਉਹ ਟਰੀਟਮੈਂਟ ਚੱਲਣਾ ਹੈ। ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਕੁ ਦਿਨ ਉਹਨਾਂ ਨੂੰ ਮੈਡੀਕਲ ICU ਦੇ ਵਿੱਚ ਰੱਖਣਾ ਪਵੇਗਾ। ਜੇ ਉਹਨਾਂ ਦੀ ਸਿਹਤ ਦੇ ਵਿੱਚ ਹੌਲੀ ਹੌਲੀ ਸੁਧਾਰ ਆਉਣਾ ਸ਼ੁਰੂ ਹੋ ਗਿਆ ਤਾਂ ਹੋ ਸਕਦਾ ਉਹਨਾਂ ਨੂੰ ਬੱਚਿਆਂ ਵਾਲੀ ਵਾਰਡ ਦੇ ਵਿੱਚ ਸ਼ਿਫਟ ਕੀਤਾ ਜਾਵੇ। ਸੋ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਜਿੱਥੇ ਆਪ ਸਭ ਸੰਗਤਾਂ ਦੇ ਦਸਵੰਧ ਦੀ ਵੱਧ ਤੋਂ ਵੱਧ ਲੋੜ ਹੈ ਬੱਚੇ ਮਹਿਕਪ੍ਰੀਤ ਨੂੰ, ਉੱਥੇ ਆਪ ਸਭ ਸੰਗਤਾਂ ਦੀ ਅਰਦਾਸਾਂ ਦੀ ਵੀ ਬਹੁਤ ਲੋੜ ਹੈ, ਕਿਉਂਕਿ ਫਿਰ ਲੰਮਾ ਸਮਾਂ ਇਹਨਾਂ ਦੀ ਦਵਾਈ ਚੱਲਣੀ। ਸੋ ਸਾਰਾ ਹੀ ਖਰਚਾ ਵਿਉਂਤਬੰਦੀ ਆਪ ਸਭ ਸੰਗਤਾਂ ਦੇ ਨਾਲ ਦਾਸ ਵੱਲੋਂ ਸਮੇਂ ਸਿਰ ਸਾਂਝੀ ਕੀਤੀ ਜਾਵੇਗੀ। ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਨਾਲ ਇੱਕ ਬੱਚੇ ਦੀ ਸਾਂਝ ਪਵਾਈ ਸੀ। ਬੱਚਾ ਮਹਿਕਪ੍ਰੀਤ ਪਿੰਡ ਅਕਬਰਪੁਰੇ ਤੋਂ ਰਹਿਣ ਵਾਲਾ ਸੀ। ਕਾਫੀ ਸਮੇਂ ਤੋਂ ਬਿਮਾਰ ਸੀ, ਕਈ ਸਾਲਾਂ ਤੋਂ, ਪਰ ਪਰਿਵਾਰ ਦੀ ਜਿੰਨੀ ਸਮਰੱਥਾ ਸੀ ਬੱਚੇ ਦਾ ਇਲਾਜ ਕਰਵਾਉਂਦੇ ਰਹੇ। ਪਰ 2 ਸਾਲ ਪਹਿਲਾਂ ਇਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਿਆ, ਜਿਹਦੇ ਕਰਕੇ ਕਿ ਘਰ ਦੇ ਹਾਲਾਤ ਬਹੁਤ ਮਾੜੇ ਹੋ ਗਏ ਅਤੇ ਬੱਚੇ ਦਾ ਜਿਹੜਾ ਇਲਾਜ ਉੱਥੇ ਹੀ ਰੁਕ ਗਿਆ। ਅਤੇ ਇਸ ਵਕਤ ਅਸੀਂ ਗੁਰੂ ਨਾਨਕ ਦੇਵ ਚੈਰੀਟੇਬਲ ਹੌਸਪੀਟਲ ਵਿੱਚ ਬੱਚਿਆਂ ਦੀ ਵਾਰਡ ਦੇ ਵਿੱਚ ਮੌਜੂਦ ਹਾਂ। ਆਪ ਸਭ ਸੰਗਤਾਂ ਦੇਖ ਹੀ ਰਹੇ ਨੇ ਕਿ ਬੱਚਾ ਮਹਿਕਪ੍ਰੀਤ ਬਿਸਤਰ ਦੇ ਉੱਪਰ ਆਰਾਮ ਕਰ ਰਿਹਾ ਹੈ। ਅੱਗੇ ਨੂੰ ਕਾਫੀ ਸਿਹਤ ਦੇ ਵਿੱਚ ਜਿਹੜੀ ਹੈ ਉਹ ਇੰਪਰੂਵਮੈਂਟ ਆਈ ਹੈ, ਸੁਧਾਰ ਆਇਆ। ਸੋ ਸਾਡੇ ਕੋਲ ਇਸ ਵਕਤ ਡਾਕਟਰ ਸੌਰਵ ਮੌਜੂਦ ਨੇ ਅਤੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਵੀ ਆਪ ਸਭ ਸੰਗਤਾਂ ਦੀ ਸਾਂਝ ਕਰਵਾਉਣੀ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹੁੰਦਾ ਸਰ ਆਪ ਜ਼ਰੂਰ, ਕਿਉਂਕਿ ਪਹਿਲਾਂ ਰਿਪੋਰਟਾਂ ਦੇ
ਦੀ ਵੀ ਥੋੜ੍ਹੀ ਜਿਹੀ ਜਾਣਕਾਰੀ ਅਤੇ ਹੁਣ ਕਿੰਨੀ ਕੁ ਤਬਦੀਲੀ ਆਈ ਇਹਨਾਂ ਦੀ ਸਿਹਤ ਵਿੱਚ, ਉਹਦੇ ਬਾਰੇ ਜ਼ਰੂਰ ਸੰਗਤਾਂ ਦੇ ਨਾਲ ਸਾਂਝ ਕੀਤੀ ਜਾਵੇ। ਬੱਚਾ ਜੀ ਸਾਡੇ ਕੋਲ ਸਟਾਰਟਿੰਗ ਜਦੋਂ ਪਹਿਲਾਂ ਆਇਆ ਸੀ, ਬੱਚੇ ਦੀ ਜਿਹੜੀ ਯੂਰੀਨ ਆਊਟਪੁੱਟ ਕਾਫੀ ਘੱਟ ਹੈਗੀ ਸੀ, ਤੇ ਇਹਦਾ ਕਰੈਟ ਵੀ ਜਿਹੜਾ ਹੈਗਾ ਸੀ, ਯੂਰੀਨ ਕਰੈਟ ਜਿਹੜਾ ਹੁੰਦਾ ਆ ਉਹ 200 ਪਲੱਸ ਸੀ, ਕਰੈਟ ਜਿਹੜਾ 10 ਹੈਗਾ ਇਹ, ਜਿਹੜਾ ਮਤਲਬ ਕਿ ਅੱਜ ਦੇ ਟਾਈਮ ਵਿੱਚ ਕਾਫੀ ਘੱਟ ਗਿਆ ਹੋਇਆ ਹੈ। ਜਿਹੜਾ ਯੂਰੀਆ ਜਿਹੜਾ ਹੈਗਾ 140 ਹੈਗਾ ਆ, ਜਿਹੜਾ ਕਰੈਟ ਹੈਗਾ ਆ ਉਹ 5 ਹੈਗਾ ਆ, ਮਤਲਬ ਕਿ ਕਾਫੀ ਅੱਗੇ ਨਾਲ ਬੱਚੇ ਇੰਪਰੂਵਮੈਂਟ ਹੁੰਦੀ ਆ। ਡਾਕਟਰ ਨਵਦੀਪ ਦੇ ਅੰਡਰ ਇਹ ਟ੍ਰੀਟਮੈਂਟ ਚੱਲਦਾ ਪਿਆ, ਅਤੇ ਮਤਲਬ ਕਿ ਕਾਫੀ ਮਤਲਬ ਕਿ ਅੱਗੇ ਨਾਲ ਇੰਪਰੂਵਮੈਂਟ ਹੈਗੀ ਬੱਚੇ ਦੀ। ਅਤੇ ਮਤਲਬ ਕਿ ਇਹਦੇ ਵਿੱਚ ਆਪਾਂ ਜੇ ਕੋਈ ਓਪਰੇਟ ਕਹੀਏ, ਓਪਰੇਟ ਵਗੈਰਾ ਇਹਦੇ ਵਿੱਚ ਕੋਈ ਨਹੀਂ ਹੁੰਦਾ, ਇਹਦੇ ਵਿੱਚ ਬਸ ਆਪਾਂ ਮੈਡੀਸਿਨ ਵਗੈਰਾ ਕੰਟੀਨਿਊ ਕਰਨੀ ਹੁੰਦੀ ਆ। ਇਹ ਮੈਡੀਸਿਨ ਨਾਲ ਹੀ ਹੌਲੀ ਹੌਲੀ ਕਵਰ ਕਰਨਾ ਬੱਚੇ ਨੇ, ਜਿਸ ਹਿਸਾਬ ਨਾਲ ਮਤਲਬ ਕਿ ਆਊਟਪੁੱਟ ਵੀ ਬੱਚੇ ਹੁਣ ਕਾਫੀ ਮਤਲਬ ਕਿ ਅੱਛੀ ਆ ਲੱਗ ਪਈ ਆ, ਉਸ ਹਿਸਾਬ ਨਾਲ ਫਿਰ ਅੱਗੇ ਮਤਲਬ ਕਿ ਆਪਾਂ ਮੈਡੀਸਿਨ ਵਿੱਚ ਕੰਟੀਨਿਊ ਕਰਾਂਗੇ ਆਪਾਂ ਮੈਡੀਸਿਨ। ਠੀਕ ਹੈ। ਸੋ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਡਾਕਟਰ ਸੌਰਵ ਹੋਣਾ ਨੇ ਬੜੀ ਅਹਿਮ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੀ ਸਿਹਤ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਆ ਰਿਹਾ, ਬੱਚਾ ਅੱਗੇ ਨੂੰ ਕਾਫੀ ਜ਼ਿਆਦਾ ਰਿਕਵਰਿੰਗ ਕਰ ਰਿਹਾ ਹੈ। ਸੋ ਇਹ ਬੜੀ ਵਧੀਆ ਗੱਲ ਹੈ, ਖੁਸ਼ੀ ਵਾਲੀ ਗੱਲ ਹੈ ਕਿ ਬੱਚਾ ਅੱਗੇ ਨਾਲੋਂ ਠੀਕ ਹੋ ਰਿਹਾ ਹੈ। ਪਰ ਲੰਮਾ ਸਮਾਂ ਇਹਨਾਂ ਦੀ ਮੈਡੀਸਨ ਚੱਲਣੀ ਹੈ, ਉਹਦੇ ਬਾਬਤ ਸਾਰੀ ਹੀ ਗੱਲਬਾਤ ਡਾਕਟਰ ਨਵਦੀਪ ਦੇ ਨਾਲ ਵੀ ਆਪ ਸਭ ਸੰਗਤਾਂ ਦੀ ਸਾਂਝ ਕਰਵਾਈ ਜਾਏਗੀ, ਕਿਉਂਕਿ ਇਹ ਜਿਹੜਾ ਇਲਾਜ ਬੱਚੇ ਮਹਿਕਪ੍ਰੀਤ ਦਾ ਚੱਲ ਰਿਹਾ ਹੈ ਇਹ ਡਾਕਟਰ ਨਵਦੀਪ ਦੇ ਅੰਡਰ ਹੀ ਚੱਲ ਰਿਹਾ ਹੈ, ਅਤੇ ਇਹਨਾਂ ਦਾ ਪੂਰਾ ਸਟਾਫ ਹੈ ਬਹੁਤ ਹੀ ਸੁਹਿਰਦਤਾ ਦੇ ਨਾਲ ਬੱਚੇ ਮਹਿਕਪ੍ਰੀਤ ਦਾ ਜਿਹੜਾ ਇਲਾਜ ਕੀਤਾ ਜਾ ਰਿਹਾ ਹੈ। ਸਮੇਂ ਸਿਰ ਮੈਡੀਸਨ ਸਟਾਫ ਵੱਲੋਂ ਦਿੱਤੀ ਜਾ ਰਹੀ ਹੈ, ਹੋਰ ਵੀ ਉਹਨਾਂ ਦੀ ਡਾਈਟ ਦਾ ਵੀ ਪੂਰਾ ਧਿਆਨ ਕੀਤਾ ਜਾ ਰਿਹਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਤਲਬ ਕਿੰਨਾ ਕੁ ਸੁਧਾਰ ਹੈ ਅੱਗੇ ਨਾਲੋਂ ਸਿਹਤ ਦੇ ਵਿੱਚ ਬੱਚੇ ਮਹਿਕਪ੍ਰੀਤ ਦੇ? ਹਾਂਜੀ, ਬਹੁਤ ਫਰਕ ਪੈ ਗਿਆ ਹੈ। ਅੱਛਾ ਜੀ। ਹਾਂਜੀ, ਤੇ ਰੋਟੀ ਪਾਣੀ ਖਾਂਦਾ ਵਾ, ਕੋਈ ਅੱਗੇ ਰੋਟੀ ਪਾਣੀ ਨਹੀਂ ਖਾਂਦਾ, ਤੇ ਹੁਣ ਰੋਟੀ ਪਾਣੀ ਖਾਂਦਾ, ਤੇ ਹੁਣ ਠੀਕ ਵਾ, ਅੱਗੇ ਨਾਲੋਂ ਫਰਕ ਆ। ਹਾਂਜੀ, ਬਸ ਉਹ ਸੰਗਤ ਦਾ ਧੰਨਵਾਦ ਜੀ। ਇਹੋ ਆ ਵੀ ਇਹਦਾ ਇਲਾਜ ਹੋਣਾ ਚਾਹੀਦਾ ਹੈ। ਸਾਡੇ ਕੋਲ ਇਸ ਵਕਤ ਕੋਈ ਪੈਸਾ ਨਹੀਂ ਹੈਗਾ, ਅਸੀਂ ਬਹੁਤ ਜਾਣੇ ਆਪਦੀ ਰੋਟੀ ਮਾੜੀ ਮੋਟ ਕਮਾ ਕੇ ਖਾਣ ਵਾਲੇ ਹਾਂ। ਸੋ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਇਹ ਸਨ ਬੱਚੇ ਮਹਿਕਪ੍ਰੀਤ ਦੇ ਦਾਦੀ ਜੀ। ਉਹਨਾਂ ਨੇ ਆਪ ਸਭ ਸੰਗਤਾਂ ਨੂੰ ਦੱਸਿਆ, ਕਿਉਂਕਿ ਨਾ ਤਾਂ ਮਹਿਕਪ੍ਰੀਤ ਦੇ ਦਾਦਾ ਜੀ ਹੈਗੇ ਨੇ ਅਤੇ ਨਾ ਹੀ ਇਹਨਾਂ ਦੇ ਪਿਤਾ ਜੀ ਹੈਗੇ ਨੇ। ਇਹਨਾਂ ਦੇ ਮਾਤਾ ਜੀ ਘਰਾਂ ਦੇ ਵਿੱਚ ਗੋਹਾ ਕੂੜਾ ਕਰਕੇ, 3 ਭੈਣ ਭਰਾ ਨੇ, ਇੱਕ ਇਹਨਾਂ ਦਾ ਹੋਰ ਭਰਾ ਹੈ ਅਤੇ ਇੱਕ ਭੈਣ ਹੈ, ਉਹਨਾਂ ਦੀ ਪਾਲਣ ਪੋਸ਼ਣ ਇਹਨਾਂ ਮਾਤਾ ਜੀ ਆਪ ਘਰਾਂ ਦਾ ਕੰਮ ਕਰਕੇ ਕਰ ਰਹੇ ਨੇ। ਸੋ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇਹੀ ਉਦਮ ਉਪਰਾਲਾ ਰਹਿੰਦਾ ਹੈ ਕਿ ਆਪ ਜੀ ਦਾ ਜਿਹੜਾ ਦਸਵੰਧ ਹੈ ਉਹ ਇਹੋ ਜਿਹੇ ਪਰਿਵਾਰ ਜਿਹੜੇ ਲੋੜਵੰਦ ਹੁੰਦੇ ਉਹਨਾਂ 'ਤੇ ਲਾਇਆ ਜਾਵੇ। ਸੋ ਇਸੇ ਕਰਕੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਪਿੰਡ ਨਗਰ ਸ਼ਹਿਰ ਜਾ ਕੇ ਆਪ ਦੇਖਦੀ ਹੈ ਜਿੱਥੇ ਕੋਈ ਲੋੜਵੰਦ ਪਰਿਵਾਰ ਹੁੰਦਾ ਹੈ ਅਤੇ ਉਹ ਆਪ ਜੀ ਦੀ ਝੋਲੀ ਵਿੱਚ ਪਾਇਆ ਜਾਂਦਾ ਹੈ, ਕਿਉਂਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇਹੀ ਉਦਮ ਉਪਰਾਲਾ ਰਹਿੰਦਾ ਹੈ ਕਿ ਵੱਧ ਤੋਂ ਵੱਧ ਲੋੜਵੰਦ ਪਰਿਵਾਰ ਜਿਹੜੇ ਕਿ ਮੈਡੀਕਲ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਹਨਾਂ ਨੂੰ ਉਠਾਇਆ ਜਾਵੇ। ਗੁਰੂ ਨਾਨਕ ਦੇ ਦਰ ਘਰ ਦੀ ਅਤੇ ਇਹ ਵਡਿਆਈ ਰਹੀ ਹੈ ਕਿ ਇਹ ਡਿੱਗਿਆਂ ਨੂੰ ਉਠਾਉਂਦਾ ਹੈ ਅਤੇ ਡੁੱਬਦਿਆਂ ਨੂੰ ਉਤਾਰਦਾ ਹੈ। ਸੋ ਇਸੇ ਹੀ ਕਰਕੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਬੱਚੇ ਮਹਿਕਪ੍ਰੀਤ ਦੀ ਜਿਹੜੀ ਸਿਹਤ ਹੈ ਹੁਣ ਕਾਫੀ ਜ਼ਿਆਦਾ ਜਿਹੜੀ ਇਹ ਵਧੀਆ ਹੋ ਗਈ ਹੈ, ਅੱਗੇ ਨਾਲੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਆ ਗਈ ਹੈ। ਅਤੇ ਇਸੇ ਤਰ੍ਹਾਂ ਜੇ ਆਪ ਸਭ ਸੰਗਤਾਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਬੱਚਾ ਮਹਿਕਪ੍ਰੀਤ ਪੂਰਨ ਤੌਰ 'ਤੇ ਠੀਕ ਹੋ ਕੇ ਆਪਣੇ ਘਰ ਜਾ ਸਕਦਾ ਹੈ। ਡਾਕਟਰ ਸਾਹਿਬ ਉਹਨਾਂ ਦੇ ਕਹਿਣ ਮੁਤਾਬਕ ਓਪਰੇਟ ਤਾਂ ਇਹਨਾਂ ਦਾ ਕੋਈ ਨਹੀਂ ਹੋਣਾ, ਪਰ ਲੰਮਾ ਸਮਾਂ ਇਹਨਾਂ ਦੀ ਦਵਾਈ ਚੱਲਣੀ ਹੈ। ਸੋ ਉਹ ਸਾਰੀ ਹੀ ਗੱਲਬਾਤ ਆਪ ਸਭ ਸੰਗਤਾਂ ਦੇ ਨਾਲ ਡਾਕਟਰ ਨਵਦੀਪ ਉਹਨਾਂ ਦੀ ਕਰਾ ਕੇ ਅਤੇ ਆਪ ਸਭ ਸੰਗਤਾਂ ਦੇ ਨਾਲ ਸਾਂਝ ਕੀਤੀ ਜਾਵੇਗੀ। ਸੋ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।